ਇਸੇ ਤਰ੍ਹਾਂ 3 ਜੂਨ ਦਾ ਦਿਨ ਚੜ੍ਹਿਆ, ਅੰਮ੍ਰਿਤਸਰ ਦੇ ਵਿੱਚ ਕਰਫਿਊ ਲਗਾ ਦਿੱਤਾ ਗਿਆ। ਬੇਸ਼ੱਕ ਕਿ ਸਵੇਰੇ ਕੁਝ ਸਮੇਂ 9 ਤੋਂ 11 ਵਜੇ ਤੱਕ ਕਰਫਿਊ ਦੇ ਵਿੱਚ ਢਿੱਲ ਦਿੱਤੀ ਗਈ। ਉਸ ਢਿੱਲ ਦੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹੋਰ ਵੀ ਸੰਗਤਾਂ ਵਧੇਰੇ ਗਿਣਤੀ ਵਿੱਚ ਆ ਗਈਆਂ, ਕਿਉਂਕਿ ਕਿਸੇ ਨੂੰ ਵੀ ਖਦਸ਼ਾ ਨਹੀਂ ਸੀ ਕਿ ਭਾਰਤੀ ਹਕੂਮਤ ਦੇ ਵੱਲੋਂ ਇਸ ਤਰ੍ਹਾਂ ਦੀ ਘਿਨਾਉਣੀ ਕਾਰਵਾਈ ਕੀਤੀ ਜਾਵੇਗੀ। 3 ਜੂਨ 1984 ਨੂੰ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਸੀ। ਉਸ ਕਰਕੇ ਵੀ ਇਸ ਪਾਵਨ ਸਥਾਨ ਦੇ ਉੱਪਰ ਸੰਗਤਾਂ ਦੀ ਆਮਦ ਬਹੁਤ ਸੀ। ਦੂਸਰਾ, ਧਰਮਯੁੱਧ ਮੋਰਚੇ ਦੇ ਵਿੱਚ ਗ੍ਰਿਫਤਾਰੀ ਦੇਣ ਦੇ ਵਾਸਤੇ ਪਿੰਡਾਂ ਦੇ ਵਿੱਚੋਂ ਜਥਿਆਂ ਦੇ ਰੂਪ ਵਿੱਚ ਲੋਕ ਆਏ ਹੋਏ ਸਨ। ਤੇ ਤੀਸਰਾ, ਧਰਮਯੁੱਧ ਮੋਰਚੇ ਦੇ ਪ੍ਰਬੰਧਕਾਂ ਦੇ ਵੱਲੋਂ 3 ਜੂਨ ਨੂੰ ਆਪਣਾ ਅਗਲਾ ਪਾਲਸੀ ਪ੍ਰੋਗਰਾਮ ਭਾਵ ਕਿ ਸਰਕਾਰ ਦੇ ਨਾਲ ਨਾ ਮਿਲਵਰਤਨ ਅੰਦੋਲਨ ਦਾ ਐਲਾਨ ਕਰਨਾ ਸੀ, ਜਿਸ ਕਰਕੇ ਸੰਗਤਾਂ ਦੀ ਗਿਣਤੀ ਹੋਰ ਵੀ ਜ਼ਿਆਦਾ ਸੀ। ਔਰ ਭਾਰਤੀ ਹਕੂਮਤ ਦੇ ਵੱਲੋਂ ਇਸ ਦਿਨ ਪਹਿਲਾਂ ਕਰਫਿਊ ਲਗਾ ਦਿੱਤਾ ਗਿਆ, ਫਿਰ ਸਵੇਰੇ 9 ਤੋਂ 11 ਵਜੇ ਤੱਕ ਕਰਫਿਊ ਦੇ ਵਿੱਚ ਢਿੱਲ ਦਿੱਤੀ ਗਈ ਅਤੇ ਉਸ ਤੋਂ ਬਾਅਦ ਫਿਰ ਕਰਫਿਊ ਲਗਾ ਦਿੱਤਾ ਗਿਆ। ਕਰਫਿਊ ਦੀ ਢਿੱਲ ਦੇ ਦੌਰਾਨ ਸੁਭਾਸ਼ ਕਿਰਪੇਕਰ ਨਾਂ ਦਾ ਪੱਤਰਕਾਰ ਹਰਬੀਰ ਸਿੰਘ ਪੰਵਰ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਦਾਖਲ ਹੋਇਆ। ਸਭ ਤੋਂ ਪਹਿਲਾਂ ਉਸ ਨੇ ਹਰਚੰਦ ਸਿੰਘ ਲੌਂਗੋਵਾਲ ਔਰ ਗੁਰਚਰਨ ਸਿੰਘ ਟੌੜਾ ਦੇ ਨਾਲ ਮੁਲਾਕਾਤ ਕੀਤੀ। ਉਹਨਾਂ ਦੀ ਰਾਏ ਜਾਣਨ ਤੋਂ ਬਾਅਦ, ਕਿਉਂਕਿ 2 ਜੂਨ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਨੇ ਵੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਹੁਕਮਨਾਮਾ ਜਾਰੀ ਕਰ ਦਿੱਤਾ ਸੀ ਕਿ ਨੀਮ ਫੌਜੀ ਦਲਾਂ ਨੇ ਹਰਿਮੰਦਰ ਸਾਹਿਬ ਦੇ ਉੱਪਰ ਜਿਹੜਾ ਹਮਲਾ ਕੀਤਾ ਹੈ, ਉਹ ਸਿੱਖਾਂ ਦੇ ਇਸ ਧਾਰਮਿਕ ਸਥਾਨ ਦੇ ਉੱਪਰ ਇੱਕ ਬਹੁਤ ਹੀ ਘਿਨਾਉਣਾ ਕਰਮ ਹੈ ਤੇ ਸਿੱਖਾਂ ਵੱਲੋਂ ਇਹਨਾਂ ਦਾ ਜਵਾਬ ਦਿੱਤਾ ਜਾਵੇਗਾ ਅਤੇ ਹਮਲਾ ਕਰਨ ਵਾਲੇ ਇਹਨਾਂ ਦੁਸ਼ਟਾਂ ਦਾ ਨਾਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਇਹ ਦੋਵੇਂ ਪੱਤਰਕਾਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਕੋਲ ਗਏ। ਉਸ ਵੇਲੇ ਕਮਰੇ ਦੇ ਵਿੱਚ ਸੰਤ ਜਰਨੈਲ ਸਿੰਘ ਤੋਂ ਇਲਾਵਾ ਭਾਈ ਰਿਸ਼ਪਾਲ ਸਿੰਘ ਪੀਏ, ਭਾਈ ਅਮਰੀਕ ਸਿੰਘ, ਹਰਮਿੰਦਰ ਸਿੰਘ ਸੰਧੂ, ਜਨਰਲ ਸ਼ਵੇਕ ਸਿੰਘ ਤੇ ਕੁਝ ਸੰਤ ਜਰਨੈਲ ਸਿੰਘ ਹੁਣਾਂ ਦੇ ਹੋਰ ਨੇੜਲੇ ਸਾਥੀ ਸਨ। ਸੰਤ ਜਰਨੈਲ ਸਿੰਘ ਹੁਣਾਂ ਦੇ ਨਾਲ ਜਿਹੜੀ ਸੁਭਾਸ਼ ਕਿਰਪੇਕਰ ਦੀ ਗੱਲਬਾਤ ਹੋਈ, ਉਹ ਬੇਸ਼ੱਕ ਬਹੁਤ ਵਿਸਥਾਰ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਮਿਲਦੀ ਹੈ, ਪਰ ਇੱਕ ਗੱਲ ਬੜੀ ਅਹਿਮ ਸੀ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਸੁਭਾਸ਼ ਕਿਰਪੇਕਰ ਨੂੰ ਕਿਹਾ ਕਿ ਕੱਲ ਤੋਂ ਫੌਜ ਆਪਣੀ ਕਾਰਵਾਈ ਸ਼ੁਰੂ ਕਰ ਦੇਵੇਗੀ ਔਰ ਹਰਮੰਦਰ ਸਾਹਿਬ ਹੀ ਨਹੀਂ ਬਲਕਿ ਅੰਮ੍ਰਿਤਸਰ ਜ਼ਿਲ੍ਹਾ, ਗੁਰਦਾਸਪੁਰ ਤੇ ਫਿਰੋਜ਼ਪੁਰ ਦੇ ਕਈ ਗੁਰਦੁਆਰਿਆਂ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ। ਇੱਥੋਂ ਅਸੀਂ ਉਸ ਨੀਤੀਵਾਨ ਜਰਨੈਲ ਦੀ ਤੀਖਣ ਬੁੱਧੀ ਦਾ ਅੰਦਾਜ਼ਾ ਲਗਾ ਸਕਦੇ ਹਾਂ। ਇਹ ਸਾਰਾ ਘਟਨਾਕ੍ਰਮ ਹਰਮੰਦਰ ਸਾਹਿਬ ਦੇ ਅੰਦਰ ਵਾਪਰ ਰਿਹਾ ਸੀ। ਦੂਸਰੇ ਪਾਸੇ ਚੰਡੀ ਮੰਦਰ, ਜਿਹੜਾ ਕਿ ਚੰਡੀਗੜ੍ਹ ਦੇ ਕੋਲ ਫੌਜ ਦਾ ਹੈੱਡਕੁਆਟਰ ਹੈ, ਉੱਥੇ ਕੁਲਦੀਪ ਬਰਾੜ ਪਹੁੰਚ ਚੁੱਕਿਆ ਸੀ। ਕੁਲਦੀਪ ਬਰਾੜ ਦੀ ਉੱਥੇ ਮੁਲਾਕਾਤ ਕੇ ਸੁੰਦਰ ਜੀ ਦੇ ਨਾਲ ਹੋਈ, ਜਿਹੜਾ ਪੱਛਮੀ ਕਮਾਂਡ ਦਾ ਮੁਖੀ ਸੀ, ਔਰ ਉੱਥੇ ਉਸ ਨੂੰ ਸਾਰੀ ਗੱਲ ਸਮਝਾਈ ਗਈ ਕਿ ਅਗਲੀ ਕਾਰਵਾਈ ਕਿਸ ਤਰ੍ਹਾਂ ਦੇ ਨਾਲ ਕਰਨੀ ਹੈ। ਇਹਨਾਂ ਹੁਕਮਾਂ ਨੂੰ ਲੈ ਕੇ ਕੁਲਦੀਪ ਬਰਾੜ ਅੰਮ੍ਰਿਤਸਰ ਪਹੁੰਚਿਆ ਔਰ ਅੰਮ੍ਰਿਤਸਰ ਦੀ ਇੱਕ ਫੌਜੀ ਡਿਵੀਜ਼ਨ ਦੇ ਵਿੱਚ ਇੱਕ ਹੈੱਡਕੁਆਟਰ ਸਥਾਪਿਤ ਕੀਤਾ ਗਿਆ। ਹਰਮੰਦਰ ਸਾਹਿਬ ਦਾ ਇੱਕ ਬਹੁਤ ਵੱਡਾ ਕੰਪਲੈਕਸ ਦਾ ਨਕਸ਼ਾ ਤਿਆਰ ਕਰਕੇ ਉਸ ਦੇ ਉੱਪਰ ਫੌਜੀ ਅਫਸਰਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਕਾਰਵਾਈ ਹੈ ਇਹ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਭਾਵ ਕਿ 1 ਜੂਨ ਨੂੰ ਜਿਹੜੀਆਂ ਤਿਆਰੀਆਂ ਫੌਜ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤੇ ਉਹਨਾਂ ਦੇ ਸਾਥੀਆਂ ਨੂੰ ਇਸ ਦਾ ਭਲੀ ਭਾਂਤ ਪਤਾ ਸੀ। 3 ਜੂਨ ਦਾ ਇਹ ਦਿਹਾੜਾ, ਜਿਸ ਵੇਲੇ ਪੱਤਰਕਾਰ ਸੰਤ ਜਰਨੈਲ ਸਿੰਘ ਹੁਣਾਂ ਦੇ ਕੋਲ ਬੈਠੇ ਸੀ ਤੇ ਉਹਨਾਂ ਦੇ ਕੋਲ ਜਨਰਲ ਸ਼ਵੇਕ ਸਿੰਘ ਵੀ ਬੈਠੇ ਸੀ, ਜਦੋਂ ਪੱਤਰਕਾਰਾਂ ਨੇ ਕੁਝ ਫੌਜੀ ਨੀਤੀ ਦੇ ਸਵਾਲ ਕੀਤੇ ਤੇ ਸੰਤ ਜਰਨੈਲ ਸਿੰਘ ਹੁਣਾਂ ਨੇ ਸ਼ਵੇਕ ਸਿੰਘ ਹੁਣਾਂ ਵੱਲ ਇਸ਼ਾਰਾ ਕੀਤਾ ਤੇ ਉਸ ਵੇਲੇ ਪੱਤਰਕਾਰ ਨੇ ਇੱਕ ਬੜਾ ਅਹਿਮ ਸਵਾਲ ਜਨਰਲ ਸ਼ਵੇਕ ਸਿੰਘ ਨੂੰ ਪੁੱਛਿਆ ਕਿ ਤੁਸੀਂ ਭਾਰਤੀ ਫੌਜ ਨੂੰ ਛੱਡ ਕੇ ਸਿੱਖ ਸਿਆਸਤ ਦੇ ਵਿੱਚ ਕਿਉਂ ਆਏ ਹੋ? ਤੇ ਜਨਰਲ ਸ਼ਵੇਕ ਸਿੰਘ ਹੁਣਾਂ ਨੇ ਹਾਜ਼ਰ ਜਵਾਬੀ ਦੇ ਨਾਲ ਇਹ ਕਿਹਾ ਕਿ ਜੇਕਰ ਜਨਰਲ ਸਪੈਰੋ ਸੇਵਾ ਮੁਕਤ ਹੋਣ ਤੋਂ ਬਾਅਦ ਕਾਂਗਰਸ ਦੇ ਵਿੱਚ ਜਾ ਸਕਦਾ ਹੈ ਤੇ ਕੀ ਮੈਂ ਸਿੱਖ ਸਿਆਸਤ ਦੇ ਵਿੱਚ ਨਹੀਂ ਆ ਸਕਦਾ? ਜਦੋਂ ਉਹਨਾਂ ਨੇ ਅਗਲੇਰੇ ਪ੍ਰੋਗਰਾਮ ਦੇ ਬਾਰੇ ਪੁੱਛਿਆ ਤਾਂ ਜਨਰਲ ਸ਼ਵੇਕ ਸਿੰਘ ਨੇ ਇਹ ਜਵਾਬ ਦਿੱਤਾ ਕਿ ਪਹਿਲਾਂ ਮੈਂ ਲੰਬਾ ਸਮਾਂ ਦੇਸ਼ ਦੀ ਸੇਵਾ ਕੀਤੀ, ਆਪਣਾ ਆਪਾ ਸਮਰਪਿਤ ਕੀਤਾ ਤੇ ਹੁਣ ਕੌਮ ਦੇ ਵਾਸਤੇ ਮੈਂ ਆਪਣਾ ਆਪਾ ਨਿਸ਼ਾਵਰ ਕਰ ਦੇਵਾਂਗਾ। ਇਹ ਗੱਲ ਜ਼ਿਕਰਯੋਗ ਹੈ ਕਿ ਜਨਰਲ ਸ਼ਵੇਕ ਸਿੰਘ ਦਾ ਜੇਕਰ ਅਸੀਂ ਪਰਿਵਾਰਕ ਪਿਛੋਕੜ ਵੇਖੀਏ ਤਾਂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਇੱਕ ਬਾਬਾ ਹਰਦਿਆਲ ਜੀ ਹੋਏ ਨੇ, ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਹੁਲ ਲਈ ਤੇ ਉਹਨਾਂ ਦਾ ਨਾਮ ਹਰਦਿਆਲ ਸਿੰਘ ਇਤਿਹਾਸ ਦੇ ਵਿੱਚ ਮਿਲਦਾ ਹੈ। ਉਹਨਾਂ ਦਾ ਪੁੱਤਰ ਸਰਦਾਰ ਹਰਾ ਸਿੰਘ ਤੇ ਸਰਦਾਰ ਹਰਾ ਸਿੰਘ ਦੇ 2 ਪੁੱਤਰ ਸਨ, ਸਰਦਾਰ ਜਗਤ ਸਿੰਘ ਔਰ ਸਰਦਾਰ ਮਹਿਤਾਬ ਸਿੰਘ ਮੀਰਾਂਕੋਟ। ਸਰਦਾਰ ਮਹਿਤਾਬ ਸਿੰਘ ਮੀਰਾਂਕੋਟ ਉਹੀ ਨੇ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ
ਮੱਸਾ ਰੰਗੜ ਦਾ ਸਿਰ ਆਪਣੇ ਸਾਥੀ ਸੁੱਖਾ ਸਿੰਘ ਮਾੜੀ ਕੰਬੋਕੇ ਦੇ ਨਾਲ ਵੱਢ ਕੇ ਨੇਜੇ ਦੇ ਉੱਪਰ ਟੰਗ ਕੇ ਬੀਕਾਨੇਰ ਲੈ ਕੇ ਗਏ ਸਨ। ਮਹਿਤਾਬ ਸਿੰਘ ਮੀਰਾਕੋਟ ਦਾ ਬੇਟਾ ਰਾਏ ਸਿੰਘ ਸੀ ਔਰ ਰਾਏ ਸਿੰਘ ਦਾ ਬੇਟਾ ਸਰਦਾਰ ਰਤਨ ਸਿੰਘ ਪੰਗੂ। ਪਰਿਵਾਰਕ ਕੁਰਸੀਨਾਮੇ ਦੇ ਵਿੱਚ ਹੋਰ ਵੀ ਭਰਾ ਨੇ, ਪਰ ਅਸੀਂ ਇੱਥੋਂ ਤੱਕ ਹੀ ਸੀਮਿਤ ਰਵਾਂਗੇ। ਸਰਦਾਰ ਰਤਨ ਸਿੰਘ ਪੰਗੂ ਦੇ 2 ਬੇਟੇ ਸਨ, ਸਰਦਾਰ ਗੁਰਮੁਖ ਸਿੰਘ ਔਰ ਸਰਦਾਰ ਸਰਮੁਖ ਸਿੰਘ। ਸਰਦਾਰ ਗੁਰਮੁਖ ਸਿੰਘ ਦੇ ਅੱਗੋਂ ਫਿਰ 2 ਬੇਟੇ ਸਨ, ਸਰਦਾਰ ਲਾਲ ਸਿੰਘ ਤੇ ਸਰਦਾਰ ਨੰਦ ਸਿੰਘ। ਤੇ ਸਰਦਾਰ ਨੰਦ ਸਿੰਘ ਦਾ ਜਿਹੜਾ ਪਰਿਵਾਰ ਸੀ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਿਆਲੇ ਵਿਖੇ ਆ ਕੇ ਵਸਿਆ, ਇਸ ਕਰਕੇ ਇਸ ਪਿੰਡ ਨੂੰ ਖਿਆਲਾ ਨੰਦ ਸਿੰਘ ਵਾਲਾ ਵੀ ਕਿਹਾ ਜਾਂਦਾ ਸੀ। ਉਹਨਾਂ ਦੇ ਅੱਗੋਂ 4 ਬੇਟੇ ਸਨ, ਜਿਨ੍ਹਾਂ ਦੇ ਵਿੱਚੋਂ ਸਰਦਾਰ ਭਗਵਾਨ ਸਿੰਘ ਸਨ, ਤੇ ਸਰਦਾਰ ਭਗਵਾਨ ਸਿੰਘ ਦੇ ਅੱਗੋਂ 4 ਬੱਚੇ ਨੇ, 3 ਬੇਟੇ ਔਰ 1 ਬੇਟੀ, ਔਰ ਇਹਨਾਂ ਦੇ ਵਿੱਚੋਂ ਸਭ ਤੋਂ ਵੱਡੇ ਜਨਰਲ ਸ਼ਬੀਕ ਸਿੰਘ ਸਨ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਜਨਰਲ ਸ਼ਬੀਕ ਸਿੰਘ ਦਾ ਸਬੰਧ ਜਿਹੜਾ ਹੈ ਉਸ ਪਰਿਵਾਰ ਦੇ ਨਾਲ ਸੀ ਜਿਸ ਪਰਿਵਾਰ ਨੇ 18ਵੀਂ ਸਦੀ ਦੇ ਵਿੱਚ ਹਰਮੰਦਰ ਸਾਹਿਬ ਦੀ ਹੋਈ ਬੇਅਦਬੀ ਦਾ ਬਦਲਾ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆ ਸੀ। ਜਿੱਥੋਂ ਤੱਕ ਕੁਲਦੀਪ ਬਰਾੜ ਦਾ ਸਬੰਧ ਹੈ, ਉਹ ਆਪਣੀ ਕਿਤਾਬ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਖੁਦ ਮੰਨਦਾ ਹੈ ਕਿ ਜਿਸ ਵੇਲੇ 1950 ਦੇ ਵਿੱਚ ਮੈਂ ਮਿਲਟਰੀ ਅਕੈਡਮੀ ਦੇ ਵਿੱਚ ਵਿਦਿਆਰਥੀ ਸੀ, ਉਸ ਵੇਲੇ ਸ਼ਬੀਕ ਸਿੰਘ ਮੇਰਾ ਉਸਤਾਦ ਸੀ। ਉਸ ਤੋਂ ਬਾਅਦ ਜਦੋਂ ਸ਼ਬੀਕ ਸਿੰਘ ਹੁਣਾਂ ਨੇ ਜਨਰਲ ਜਗਜੀਤ ਸਿੰਘ ਅਰੋੜਾ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਵੱਡੀ ਭੂਮਿਕਾ ਨਿਭਾਈ ਬੰਗਲਾਦੇਸ਼ ਦੀ ਆਜ਼ਾਦੀ ਦੇ ਵਿੱਚ, ਕਹਿ ਸਕਦੇ ਹਾਂ ਕਿ ਜਿਹੜੀ ਮੁਕਤੀਬਾਨੀ ਫੌਜ ਤਿਆਰ ਕੀਤੀ ਗਈ ਔਰ ਜਿਸ ਮੁਕਤੀਬਾਨੀ ਫੌਜ ਦੇ ਅਹਿਮ ਕਾਰਜਾਂ ਦੇ ਸਦਕਾ ਪਾਕਿਸਤਾਨ ਦੀ ਫੌਜ ਨੇ ਸਭ ਤੋਂ ਵੱਡਾ ਆਤਮ ਸਮਰਪਣ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ ਕੀਤਾ, ਉਸ ਦੇ ਪਿੱਛੇ ਸਰਦਾਰ ਸ਼ਬੀਕ ਸਿੰਘ ਦੀ ਬਹੁਤ ਵੱਡੀ ਭੂਮਿਕਾ ਸੀ। ਤੇ ਇਸ ਹੀ ਸਮੇਂ ਦੇ ਵਿੱਚ ਜਿਹੜਾ ਕੁਲਦੀਪ ਬਰਾੜ ਹੈ ਉਹ ਵੀ ਜਗਜੀਤ ਸਿੰਘ ਅਰੋੜਾ ਦੀ ਅਗਵਾਈ ਦੇ ਵਿੱਚ ਸੀ, ਤੇ ਸਰਦਾਰ ਸ਼ਬੀਕ ਸਿੰਘ ਵੀ ਕੁਲਦੀਪ ਸਿੰਘ ਅਰੋੜਾ ਦੀ ਅਗਵਾਈ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਸਨ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਕੁਲਦੀਪ ਬਰਾੜ ਨੇ ਖੁਦ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਸ਼ਬੀਕ ਸਿੰਘ ਮੇਰਾ ਦੂਨ ਅਕੈਡਮੀ ਦੇ ਵਿੱਚ ਉਸਤਾਦ ਸੀ, ਤੇ ਉਸ ਤੋਂ ਬਾਅਦ ਉਸ ਦੀ ਮੁਲਾਕਾਤ ਬੰਗਲਾਦੇਸ਼ ਦੇ ਵਿੱਚ ਹੋਈ, ਤੇ ਤੀਜੀ ਮੁਲਾਕਾਤ ਹੁਣ ਇਸ ਹਿੰਦ ਪੰਜਾਬ ਦੇ ਜੰਗ ਦੇ ਵਿੱਚ ਹੋਣੀ ਸੀ। ਕੁਲਦੀਪ ਬਰਾੜ ਜਦੋਂ ਅੰਮ੍ਰਿਤਸਰ ਪਹੁੰਚਿਆ ਤਾਂ ਇਸ ਨੇ ਹਰਮੰਦਰ ਸਾਹਿਬ ਕੰਪਲੈਕਸ ਦੇ ਨਕਸ਼ੇ ਦੇ ਉੱਪਰ ਜਦੋਂ ਸਾਰਾ ਖਾਕਾ ਤਿਆਰ ਕਰਕੇ ਅੰਮ੍ਰਿਤਸਰ ਐਡਮਿਨਿਸਟ੍ਰੇਸ਼ਨ ਦੇ ਨਾਲ ਸਾਂਝਾ ਕੀਤਾ, ਤਾਂ ਉਸ ਵੇਲੇ ਇਸ ਨੇ ਕਿਹਾ ਕਿ ਜਦੋਂ ਫੌਜਾਂ ਹਮਲਾ ਕਰਦੀਆਂ ਨੇ ਜਾਂ ਫਿਰ ਅਸੀਂ ਕਾਰਵਾਈ ਕਰਾਂਗੇ ਤਾਂ ਉਸ ਵੇਲੇ ਭਿੰਡਰਾਂਵਾਲਾ ਆਪਣੇ ਆਪ ਹੀ ਹੱਥ ਖੜੇ ਕਰਕੇ ਬਾਹਰ ਆ ਜਾਵੇਗਾ। ਐਡਮਿਨਿਸਟ੍ਰੇਸ਼ਨ ਦੇ ਅਫਸਰਾਂ ਦੇ ਵਿੱਚ ਬੈਠੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਰਦਾਰ ਗੁਰਦੇਵ ਸਿੰਘ ਬਰਾੜ ਨੇ ਕਿਹਾ, ਇਹ ਤੁਹਾਡੀ ਬੜੀ ਵੱਡੀ ਭੁੱਲ ਹੈ, ਉਹ ਕਦੀ ਵੀ ਗੋਡੇ ਨਹੀਂ ਟੇਕੇਗਾ, ਉਹ ਕਦੀ ਵੀ ਆਤਮ ਸਮਰਪਣ ਨਹੀਂ ਕਰੇਗਾ। ਹੀ ਵਿਲ ਨਾਟ ਗਿਵ ਅਪ। ਖੈਰ 3 ਜੂਨ ਨੂੰ ਇਹ ਸਾਰਾ ਘਟਨਾਕ੍ਰਮ ਜਿਹੜਾ ਸੀ ਫੌਜੀ ਹੈੱਡਕੁਆਟਰ ਦੇ ਵਿੱਚ ਵਾਪਰ ਰਿਹਾ ਸੀ, ਤੇ 3 ਜੂਨ ਨੂੰ ਕੁਲਦੀਪ ਬਰਾੜ ਨੇ BSF ਦੇ DIG ਸਰਦਾਰ ਗੁਰਦਿਆਲ ਸਿੰਘ ਪੰਧੇਰ ਨੂੰ ਕਿਹਾ ਕਿ ਤੁਸੀਂ BSF ਨੂੰ ਕਹੋ ਕਿ ਉਹ ਹਰਮੰਦਰ ਸਾਹਿਬ ਦੇ ਉੱਪਰ ਜਿਹੜੇ ਖਾੜਕੂਆਂ ਦੇ ਮੋਰਚੇ ਨੇ ਉਹਨਾਂ ਦੇ ਉੱਪਰ ਕਾਰਵਾਈ ਕਰਨ, ਭਾਵ ਕਿ ਗੋਲਾਬਾਰੀ ਕਰਨ, ਜਿਸ ਤੋਂ ਸਰਦਾਰ ਪੰਧੇਰ ਨੇ ਇਨਕਾਰ ਕਰ ਦਿੱਤਾ, ਤੇ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਤੱਕ ਮੈਨੂੰ ਲਿਖਤੀ ਆਰਡਰ ਨਹੀਂ ਮਿਲਦੇ ਉਹਨਾਂ ਚਿਰ ਤੱਕ ਮੈਂ ਇਹ ਕਾਰਵਾਈ ਨਹੀਂ ਕਰ ਸਕਦਾ, ਭਾਵੇਂ ਕਿ ਇਸ ਤੋਂ ਬਾਅਦ ਉਹਨਾਂ ਨੂੰ ਬਹੁਤ ਸਾਰੀ ਆਪਣੇ ਮਹਿਕਮੇ ਦੀ ਤਫਤੀਸ਼ ਦਾ ਸਾਹਮਣਾ ਵੀ ਕਰਨਾ ਪਿਆ। ਖੈਰ ਇਹ ਇੱਕ ਵੱਖਰਾ ਵਿਸ਼ਾ ਹੈ। 3 ਜੂਨ ਨੂੰ ਜਿਹੜੀ 12 ਬਿਹਾਰ ਰੈਜੀਮੈਂਟ ਸੀ ਉਸ ਨੇ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਦੀਆਂ ਇਮਾਰਤਾਂ ਜਿਹੜੀਆਂ ਸੀ ਉਹਨਾਂ ਵਿੱਚ ਜਿਹੜੇ CRP ਨੇ ਮੋਰਚੇ ਬਣਾਏ ਸੀ ਉਹਨਾਂ ਨੂੰ ਸੰਭਾਲ ਲਿਆ। ਹਮਲੇ ਦੇ ਵਾਸਤੇ 10 ਗਾਰਡ, 26 ਮਦਰਾਸ, 12 ਬਿਹਾਰ ਔਰ 9 ਕੁਮਾਊਂ ਰੈਜੀਮੈਂਟ ਬਿਲਕੁਲ ਤਿਆਰ ਸੀ। 3 ਜੂਨ ਨੂੰ ਹੀ ਸਭ ਤੋਂ ਪਹਿਲਾਂ ਲੈਫਟੀਨੈਂਟ ਕਰਨਲ KS ਰੰਧਾਵਾ ਆਲੇ ਦੁਆਲੇ ਤੋਂ ਹਰਮੰਦਰ ਸਾਹਿਬ ਦੇ ਬਣਾਏ ਹੋਏ ਸਾਰੇ ਮੋਰਚਿਆਂ ਦੀ ਖੁਫੀਆ ਰਿਪੋਰਟ ਲੈ ਕੇ ਕੁਲਦੀਪ ਸਿੰਘ ਬਰਾੜ ਦੇ ਕੋਲ ਆਏ। ਉਸ ਤੋਂ ਬਾਅਦ ਕੈਪਟਨ ਜਸਬੀਰ ਸਿੰਘ ਰੈਣਾ ਇੱਕ ਸਿੱਖ ਸ਼ਰਧਾਲੂ ਦੇ ਭੇਸ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਗਿਆ ਔਰ ਮੋਰਚਿਆਂ ਦੀ ਖੁਫੀਆ ਤੌਰ ਤੇ ਜਾਣਕਾਰੀ ਲਿਆ ਕੇ ਸਾਰੀ ਕੁਲਦੀਪ ਸਿੰਘ ਬਰਾੜ ਦੇ ਨਾਲ ਸਾਂਝੀ ਕੀਤੀ। ਸੋ ਇਹ ਸਾਰੀ ਜਾਣਕਾਰੀ ਜਿਹੜੀ ਸੀ ਇਹ ਹੈੱਡਕੁਆਟਰ ਦੇ ਵਿੱਚ ਪਹੁੰਚ ਰਹੀ ਸੀ, ਔਰ ਇਸੇ ਹੈੱਡਕੁਆਟਰ ਦੇ ਵਿੱਚ 3 ਜੂਨ ਨੂੰ ਪੱਛਮੀ ਕਮਾਂਡ ਦੇ ਮੁਖੀ K ਸੁੰਦਰ ਜੀ ਔਰ ਗਵਰਨਰ ਦੇ ਨਿਯੁਕਤ ਕੀਤੇ ਗਏ ਸਲਾਹਕਾਰ ਰਣਜੀਤ ਸਿੰਘ ਦਿਆਲ ਵੀ ਉੱਥੇ ਆ ਗਏ, ਔਰ 3 ਜੂਨ ਨੂੰ ਇਹ ਸਾਰੀਆਂ ਫੌਜੀ ਤਿਆਰੀਆਂ ਜਿਹੜੀਆਂ ਸੀ ਇਹ ਮੁਕੰਮਲ ਕਰ ਲਈਆਂ ਗਈਆਂ। ਦੂਸਰੇ ਪਾਸੇ ਅੰਦਰ ਜਨਰਲ ਸ਼ਬੀਕ ਸਿੰਘ ਉਹਨਾਂ ਨੇ ਵੀ ਆਪਣੀ ਵਿਉਂਤਬੰਦੀ ਔਰ ਯੁੱਧ ਨੀਤੀ ਦੇ ਅਨੁਸਾਰ ਸਾਰੇ ਮੋਰਚਿਆਂ ਨੂੰ ਪੱਕਾ ਕਰ ਲਿਆ। ਸੁਭਾਸ਼ ਕਰਪੇਕਰ ਖੁਦ ਦੱਸਦਾ ਹੈ ਕਿ ਜਨਰਲ ਸ਼ਬੀਕ ਸਿੰਘ ਆਪਣੇ ਹੱਥ ਵਿੱਚ ਦੂਰਬੀਨ ਲੈ ਕੇ ਵੱਖ-ਵੱਖ ਮੋਰਚਿਆਂ ਦੇ ਵਿੱਚ ਜਾ ਕੇ ਫੌਜ ਦੀਆਂ ਸਰਗਰਮੀਆਂ ਦੇ ਉੱਪਰ ਨਜ਼ਰ ਰੱਖ ਰਹੇ ਸਨ। ਸੋ ਇਸ ਤਰ੍ਹਾਂ ਦੇ ਨਾਲ 3 ਜੂਨ ਦੀ ਜਿਹੜੀ ਸੀ ਉਹ ਰਾਤ ਹੈ।
3 ਤਰੀਕ ਨੂੰ ਦੋਵੇਂ ਪਾਸੇ ਤੋਂ ਪੂਰਨ ਤੌਰ 'ਤੇ ਤਿਆਰੀਆਂ ਹੋ ਚੁੱਕੀਆਂ ਸਨ। 3 ਦੀ ਰਾਤ ਨੂੰ ਦੂਰਦਰਸ਼ਨ ਉੱਪਰ ਖਬਰਾਂ ਆ ਗਈਆਂ ਕਿ ਪੰਜਾਬ ਦੇ ਵਿੱਚ 36 ਘੰਟੇ ਦੇ ਵਾਸਤੇ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। 3 ਜੂਨ ਦੀ ਰਾਤ ਤਕਰੀਬਨ ਰੁਕ ਕੇ ਗੋਲੀਬਾਰੀ ਹੁੰਦੀ ਰਹੀ ਔਰ 3 ਤਰੀਕ ਦੀ ਰਾਤ ਨੂੰ ਹੀ ਫੌਜ ਦੇ ਵੱਲੋਂ ਜਿਹੜੀਆਂ ਆਪਣੀਆਂ ਪਲਟਨਾਂ ਨੂੰ ਜਿਸ ਜਗ੍ਹਾ ਦੇ ਉੱਪਰ ਤਾਇਨਾਤ ਹੋਣ ਦਾ ਹੁਕਮ ਦਿੱਤਾ ਗਿਆ ਸੀ, ਉਹਨਾਂ ਰੈਜੀਮੈਂਟਾਂ ਨੇ ਉਹਨਾਂ ਜਗ੍ਹਾ ਦੇ ਉੱਪਰ ਤਾਇਨਾਤ ਹੋਣਾ ਸ਼ੁਰੂ ਕਰ ਦਿੱਤਾ। ਬੇਸ਼ੱਕ ਕਿ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੀਆਂ ਇਮਾਰਤਾਂ ਦੇ ਉੱਪਰ ਪਹਿਲਾਂ ਹੀ CRPF ਤੇ BSF ਦੇ ਵੱਲੋਂ ਮੋਰਚਾਬੰਦੀ ਕੀਤੀ ਗਈ ਸੀ, ਪਰ ਹੁਣ ਉੱਥੇ ਉਹਨਾਂ ਵੱਲੋਂ ਬਣਾਏ ਗਏ ਮੋਰਚਿਆਂ ਦੇ ਵਿੱਚ ਫੌਜ ਨੇ ਆਉਣਾ ਸ਼ੁਰੂ ਕਰ ਦਿੱਤਾ। ਫੌਜ ਦੇ ਵੱਲੋਂ ਉਹਨਾਂ ਮੋਰਚਿਆਂ ਦੇ ਵਿੱਚੋਂ ਦਰਬਾਰ ਸਾਹਿਬ ਕੰਪਲੈਕਸ ਦੇ ਵੱਲ ਗੋਲੀ ਚਲਾਈ ਜਾ ਰਹੀ ਸੀ। ਇਸ ਗੋਲੀ ਚਲਾਉਣ ਦਾ ਨਿਸ਼ਾਨਾ ਇਹ ਸੀ ਕਿ ਹਰਿਮੰਦਰ ਸਾਹਿਬ ਦੇ ਅੰਦਰ ਖਾੜਕੂ ਅੰਦਰੋਂ ਫਾਇਰਿੰਗ ਕਰਨ ਤੇ ਫੌਜ ਦੇ ਅਫਸਰਾਂ ਨੂੰ ਇਹ ਪਤਾ ਲੱਗ ਸਕੇ ਕਿ ਕਿਸ ਮੋਰਚੇ ਦੇ ਵਿੱਚੋਂ ਗੋਲੀ ਚੱਲਦੀ ਹੈ, ਕਿਸ ਤਰ੍ਹਾਂ ਦੇ ਹਥਿਆਰ ਦੀ ਗੋਲੀ ਚੱਲਦੀ ਹੈ, ਤੇ ਉਸ ਦੇ ਮੁਤਾਬਕ ਫੌਜ ਉਹਨਾਂ ਦੇ ਨਾਲ ਨਜਿੱਠਣ ਦੀ ਆਪਣੀ ਅਗਲੀ ਰਣਨੀਤੀ ਤੈਅ ਕਰ ਸਕੇ। ਪਰੰਤੂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਰਣਨੀਤੀ ਦੇ ਮਹਾਨ ਜਰਨੈਲ ਜਨਰਲ ਸ਼ਬੇਗ ਸਿੰਘ ਦੀ ਅਗਵਾਈ ਦੇ ਵਿੱਚ ਬੇਸ਼ੱਕ ਅੰਦਰਲੇ ਸਿੰਘਾਂ ਨੂੰ ਵੱਖ-ਵੱਖ ਮੋਰਚਿਆਂ ਦੇ ਵਿੱਚ ਹਥਿਆਰ ਦੇ ਕੇ ਉਹਨਾਂ ਨੂੰ ਤਾਇਨਾਤ ਕਰ ਦਿੱਤਾ ਸੀ, ਪਰ ਨਾਲ ਹੀ ਇਹ ਤਾਕੀਦ ਵੀ ਜ਼ਰੂਰੀ ਕਰ ਦਿੱਤੀ ਗਈ ਸੀ ਕਿ ਉਹਨਾਂ ਨੇ ਗੋਲੀ ਨਹੀਂ ਚਲਾਉਣੀ ਜਦੋਂ ਤੱਕ ਕਿ ਫੌਜ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਨਹੀਂ ਕਰਦੀ। ਸੋ ਬੇਸ਼ੱਕ 3 ਜੂਨ ਦੀ ਰਾਤ ਨੂੰ ਫੌਜ ਦੇ ਵੱਲੋਂ ਔਰ ਨੀਮ ਫੌਜੀ ਦਲਾਂ ਦੇ ਵੱਲੋਂ ਰੁਕ ਕੇ ਮਸ਼ੀਨ ਗਨਾਂ ਦੀ ਔਰ ਰਾਈਫਲਾਂ ਦੀ ਫਾਇਰਿੰਗ ਹੁੰਦੀ ਰਹੀ, ਪਰ ਸਿੰਘਾਂ ਨੇ ਬਹੁਤ ਜ਼ਿਆਦਾ ਇਸ ਦਾ ਜਵਾਬ ਨਾ ਦਿੱਤਾ, ਸਗੋਂ ਜਿੰਨੀ ਕੁ ਲੋੜ ਸੀ ਉਨੀ ਕੁ ਹੀ ਬੜੇ ਹਲਕੇ ਹਥਿਆਰਾਂ ਦੇ ਨਾਲ ਉਹਨਾਂ ਦਾ ਜਵਾਬ ਦਿੱਤਾ ਗਿਆ। ਕੁਲਦੀਪ ਬਰਾੜ ਦੀ ਅਗਵਾਈ ਦੇ ਵਿੱਚ ਦਰਬਾਰ ਸਾਹਿਬ ਦੇ ਨੇੜੇ ਹੀ ਇੱਕ ਉੱਚੀ ਮੰਜ਼ਿਲ ਦੇ ਉੱਪਰ ਇੱਕ ਫੌਜੀ ਹੈੱਡਕੁਆਟਰ ਸਥਾਪਿਤ ਕੀਤਾ ਗਿਆ, ਜਿੱਥੋਂ ਕਿ ਇਸ ਸਾਰੇ ਹਮਲੇ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਨਜ਼ਰ ਰੱਖੀ ਜਾ ਸਕੇ। ਇੱਕ ਦਰਬਾਰ ਸਾਹਿਬ ਦਾ ਨਕਸ਼ਾ ਬਣਾ ਕੇ ਸਾਰੀਆਂ ਹੀ ਫੌਜੀ ਪਲਟਨਾਂ ਨੂੰ ਇਹ ਸਮਝਾ ਦਿੱਤਾ ਗਿਆ ਕਿ ਕਿਸ ਪਾਸੇ ਤੋਂ ਕਿਸ ਪਲਟਨ ਨੇ ਜਾਂ ਰੈਜੀਮੈਂਟ ਨੇ ਹਰਿਮੰਦਰ ਸਾਹਿਬ ਦੇ ਅੰਦਰ ਦਾਖਲ ਹੋਣਾ ਹੈ ਅਤੇ ਕਿਹੜੀ ਜ਼ਿੰਮੇਵਾਰੀ ਉਹਨਾਂ ਨੇ ਨਿਭਾਉਣੀ ਹੈ। ਹਰਿਮੰਦਰ ਸਾਹਿਬ ਦਾ ਉੱਤਰ ਵਾਲਾ ਪਾਸਾ, ਜਿਸ ਪਾਸੇ ਕਿ ਚੌਂਕ ਘੰਟਾ ਘਰ ਹੈ, ਜਲਿਆਂਵਾਲੇ ਬਾਗ ਤੋਂ ਅੰਦਰ ਨੂੰ ਆਉਂਦਿਆਂ ਉਸ ਪਾਸੇ ਦੀ ਜ਼ਿੰਮੇਵਾਰੀ 10 ਗਾਰਡਸ ਨੂੰ ਦਿੱਤੀ ਗਈ ਕਿ ਉਹਨਾਂ ਨੇ ਇਸ ਪਾਸੇ ਤੋਂ ਅੰਦਰ ਦਾਖਲ ਹੋ ਕੇ ਅਕਾਲ ਤਖਤ ਸਾਹਿਬ ਵੱਲ ਨੂੰ ਵਧਣਾ ਹੈ, ਜੋ ਕਿ ਪੱਛਮ ਵਾਲੇ ਪਾਸੇ ਸੀ। ਦੂਸਰੇ ਪਾਸੇ 12 ਬਿਹਾਰ ਰੈਜੀਮੈਂਟ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਕਿ ਉਹਨਾਂ ਨੇ ਸਾਰਾ ਆਲਾ ਦੁਆਲਾ ਹਰਿਮੰਦਰ ਸਾਹਿਬ ਪਰਿਸਰ ਦਾ ਜਿਹੜਾ ਹੈ ਉਸ ਦੀ ਘੇਰਾਬੰਦੀ ਬਹੁਤ ਹੀ ਸਖਤ ਰੂਪ ਦੇ ਵਿੱਚ ਕਰਨੀ ਹੈ ਕਿ ਕੋਈ ਵੀ ਸਿੱਖ ਹਰਿਮੰਦਰ ਸਾਹਿਬ ਦੇ ਵਿੱਚੋਂ ਬਚ ਕੇ ਬਾਹਰ ਨਾ ਜਾ ਸਕੇ। ਉਸ ਤੋਂ ਬਾਅਦ ਜਿਹੜਾ ਲੰਗਰ ਹਾਲ ਵਾਲਾ ਪਾਸਾ ਇਲਾਕਾ ਹੈ, ਜਿਸ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ, ਤੇਜਾ ਸਿੰਘ ਸਮੁੰਦਰੀ ਹਾਲ ਔਰ ਇਸ ਤੋਂ ਇਲਾਵਾ ਗੁਰੂ ਰਾਮਦਾਸ ਸਰਾਂ ਔਰ ਬਾਬਾ ਅਟਲ ਵਾਲਾ ਪਾਸਾ, ਜ਼ਿਕਰਯੋਗ ਹੈ ਕਿ ਇਸ ਪਾਸੇ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਹੈ ਇੱਕ ਤਾਂ 9 ਕਮਾਊ ਰੈਜੀਮੈਂਟ ਨੂੰ ਦਿੱਤੀ ਗਈ ਕਿ ਉਹਨਾਂ ਨੇ ਇਸ ਇਲਾਕੇ ਦੇ ਵਿੱਚ ਕਬਜ਼ਾ ਕਰਨਾ ਹੈ ਔਰ ਜਿਹੜੀ ਮੋਰਚਾਬੰਦੀ ਇਸ ਪਾਸੇ ਹੈ ਉਸ ਨੂੰ ਖਤਮ ਕਰਨਾ ਹੈ, ਤੇ ਇਸ ਦੇ ਬਿਲਕੁਲ ਵਿਚਕਾਰ ਵਾਲੀ ਸੜਕ ਜਿਹੜੀ ਇਹਨਾਂ ਸਰਾਵਾਂ ਦੇ ਔਰ ਲੰਗਰ ਹਾਲ ਦੇ ਵਿਚਕਾਰ ਹੈ, ਉੱਥੋਂ ਦੀ 26 ਮਦਰਾਸ ਨੇ ਅੰਦਰ ਦਾਖਲ ਹੋਣਾ ਹੈ, ਜਿਹੜੀ ਕਿ ਪੂਰਬ ਵਾਲੀ ਬਾਹੀ ਹੈ। ਸੋ ਉੱਤਰ ਵਾਲੀ ਬਾਹੀ ਵਾਲੇ ਪਾਸੇ 10 ਗਾਰਡਸ ਨੂੰ ਤਾਇਨਾਤ ਕਰ ਦਿੱਤਾ ਗਿਆ। 26 ਮਦਰਾਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਕਿ ਉਹਨਾਂ ਨੇ ਲੰਗਰ ਵਾਲੇ ਪਾਸੇ ਤੋਂ ਦਾਖਲ ਹੋ ਕੇ ਹਰਿਮੰਦਰ ਸਾਹਿਬ ਦੇ ਪੂਰਬ ਵਾਲੇ ਪਾਸਿਓਂ ਅੰਦਰ ਦਾਖਲ ਹੋ ਕੇ ਦੋਹਾਂ ਪਾਸਿਆਂ ਨੂੰ ਫੈਲ ਜਾਣਾ ਹੈ, ਭਾਵ ਕਿ ਦੱਖਣ ਵਾਲੇ ਪਾਸੇ ਔਰ ਉੱਤਰ ਵਾਲੇ ਪਾਸੇ। ਉਸ ਤੋਂ ਬਾਅਦ ਜਿਹੜਾ ਹਰਿਮੰਦਰ ਸਾਹਿਬ ਦਾ ਦੱਖਣੀ ਇਲਾਕਾ ਹੈ, ਜਿੱਧਰ ਬਾਬਾ ਦੀਪ ਸਿੰਘ ਹੁਣਾਂ ਦਾ ਸ਼ਹੀਦਗੰਜ ਹੈ, ਉਸ ਪਾਸੇ ਦੀ ਜ਼ਿੰਮੇਵਾਰੀ 15 ਕਮਾਊ ਰੈਜੀਮੈਂਟ ਔਰ 9 ਗੜਵਾਲ ਰਾਈਫਲ ਨੂੰ ਦਿੱਤੀ ਗਈ ਕਿ ਉਹਨਾਂ ਨੇ ਉਸ ਪਾਸਿਓਂ ਆਟਾ ਮੰਡੀ ਦੇ ਇਲਾਕੇ ਵਾਲੇ ਪਾਸਿਓਂ ਅੰਦਰ ਦਾਖਲ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਵਧਣਾ ਹੈ। ਸੋ ਇਹਨਾਂ ਸਾਰਿਆਂ ਪਾਸਿਆਂ ਤੋਂ ਇਹ ਜਿਹੜੀ ਸੀ ਇੱਕ ਘੇਰਾਬੰਦੀ ਕਰ ਦਿੱਤੀ ਗਈ ਕਿ ਇਹਨਾਂ ਸਾਰੇ ਇਲਾਕਿਆਂ ਤੋਂ ਪੂਰਬ ਵਾਲੇ ਪਾਸੇ ਤੋਂ, ਪੱਛਮ ਵਾਲੇ ਪਾਸੇ ਤੋਂ ਔਰ ਉੱਤਰ ਵਾਲੇ ਪਾਸੇ ਤੋਂ, ਇਹਨਾਂ ਸਾਰਿਆਂ ਪਾਸਿਆਂ ਤੋਂ ਸੋ ਫੌਜ ਦੀ
ਇਹ ਜਿਹੜੀ ਨੀਤੀ ਸੀ ਤਿਆਰ ਕਰ ਦਿੱਤੀ ਗਈ ਕਿ ਫੌਜ ਨੇ 3 ਪਾਸਿਆਂ ਤੋਂ ਅੰਦਰ ਦਾਖਲ ਹੋ ਕੇ ਅਕਾਲ ਤਖਤ ਸਾਹਿਬ ਦਾ ਜਿਹੜਾ ਮੁੱਖ ਕਹਿ ਸਕਦੇ ਹੋ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਮੁੱਖ ਕੇਂਦਰ ਸੀ, ਉਸ ਪਾਸੇ ਪਹੁੰਚਣਾ ਹੈ ਕਿ ਸਾਹਮਣੇ ਪਾਸੇ ਤੋਂ ਜਿਹੜਾ ਕਿ ਪੂਰਬ ਦਾ ਇਲਾਕਾ ਸੀ ਉੱਥੋਂ 26 ਮਦਰਾਸ ਰੈਜੀਮੈਂਟ, ਉੱਤਰ ਵਾਲੇ ਪਾਸੇ ਤੋਂ 10 ਗਾਰਡਸ ਤੇ ਦੱਖਣ ਵਾਲੇ ਪਾਸੇ ਤੋਂ 15 ਕਮਾਊਂ ਔਰ 9 ਗੜਵਾਲ ਰਾਈਫਲ ਨੇ ਅੰਦਰ ਦਾਖਲ ਹੋਣਾ ਹੈ। ਦੂਸਰੇ ਪਾਸੇ ਯੁੱਧ ਨੀਤੀ ਦੇ ਮਹਾਨ ਜਨਰਲ ਸ਼ਬੇਗ ਸਿੰਘ ਦੀ ਅਗਵਾਈ ਦੇ ਵਿੱਚ ਵੀ ਜਿਹੜੀ ਅੰਦਰੂਨੀ ਮੋਰਚਾਬੰਦੀ ਕੀਤੀ ਗਈ ਉਹ ਬੜੀ ਅਹਿਮ ਸੀ। ਬੇਸ਼ੱਕ ਕਿ ਉਸ ਮੋਰਚਾਬੰਦੀ ਦੇ ਨਾਲ ਇਹ ਸਾਰਾ ਜਿਹੜਾ ਜੰਗ ਹੈ ਕਿਸ ਤਰ੍ਹਾਂ ਲੜਿਆ ਗਿਆ ਉਸ ਦਾ ਜ਼ਿਕਰ ਅਸੀਂ ਅਗਲੇ ਹਿੱਸਿਆਂ ਦੇ ਵਿੱਚ ਕਰਾਂਗੇ, ਪਰ ਫਿਲਹਾਲ ਇੰਨਾ ਦੱਸਣਾ ਜ਼ਰੂਰੀ ਹੈ ਕਿ ਜਿਹੜੀਆਂ ਇਮਾਰਤਾਂ ਜਿਸ ਪਾਸੇ 9 ਕਮਾਊਂ ਰੈਜੀਮੈਂਟ ਨੇ ਦਾਖਲ ਹੋਣਾ ਸੀ ਔਰ ਸਾਰੇ ਬਾਹਰ ਵਾਲੇ ਇਲਾਕੇ ਨੂੰ 12 ਬਿਹਾਰ ਰੈਜੀਮੈਂਟ ਨੇ ਘੇਰਾ ਪਾਇਆ ਹੋਇਆ ਸੀ, ਉਸ ਪਾਸੇ ਚਾਹੇ ਉਹ ਗੁਰੂ ਨਾਨਕ ਨਿਵਾਸ ਸੀ, ਗੁਰੂ ਰਾਮਦਾਸ ਸਰਾਂ ਸੀ, ਤੇਜਾ ਸਿੰਘ ਸਮੁੰਦਰੀ ਹਾਲ ਸੀ ਔਰ ਬਾਬਾ ਅਟਲ ਸੀ। ਇਸ ਪਾਸੇ ਬੱਬਰ ਖਾਲਸਾ ਦੇ ਸਿੰਘਾਂ ਦੇ ਮੋਰਚੇ ਸਨ। ਇਸ ਤੋਂ ਅੰਦਰ ਜਿਸ ਪਾਸਿਓਂ 26 ਮਦਰਾਸ ਨੇ ਅੰਦਰ ਦਾਖਲ ਹੋਣਾ ਸੀ ਉਸ ਪਾਸੇ ਜਿਹੜੇ 2 ਵੱਡੇ ਬੁੰਗੇ ਸੀ ਉਹਨਾਂ ਦੇ ਉੱਪਰ ਦਮਦਮੀ ਟਕਸਾਲ ਔਰ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਸੰਬੰਧਿਤ ਸੂਰਮੇ ਜਿਹੜੇ ਸੀ ਉਹਨਾਂ ਨੇ ਮੋਰਚਾਬੰਦੀ ਕੀਤੀ ਹੋਈ ਸੀ। ਲੰਗਰ ਹਾਲ ਦੀ ਇਮਾਰਤ ਦੇ ਉੱਪਰ ਬਾਬਾ ਠਾਰਾ ਸਿੰਘ ਤੇ ਉਹਨਾਂ ਦੇ ਸਾਥੀ ਮੋਰਚਾ ਸੰਭਾਲ ਕੇ ਬੈਠੇ ਸਨ। ਜਦੋਂ ਲੰਗਰ ਵਾਲੇ ਪਾਸੇ ਤੋਂ ਅੰਦਰ ਆਈਦਾ ਤੇ ਬ੍ਰਹਮ ਬੂਟਾ ਅਖਾੜਾ ਦੇ ਨਾਲ ਹੇਠਲੀ ਮੰਜ਼ਿਲ ਦੇ ਵਿੱਚ ਭਾਈ ਮੇਜਰ ਸਿੰਘ ਨਾਗੋਕੇ ਆਪਣੇ ਸਾਥੀਆਂ ਦੇ ਨਾਲ ਸਨ। ਜਦੋਂ ਅਸੀਂ ਉੱਤਰ ਵਾਲੇ ਪਾਸੇ ਦੀ ਗੱਲ ਕਰਦੇ ਹਾਂ ਜਿਸ ਪਾਸੇ ਤੋਂ 10 ਗਾਰਡਸ ਨੇ ਹਰਮੰਦਰ ਸਾਹਿਬ ਦੇ ਅੰਦਰ ਦਾਖਲ ਹੋਣਾ ਸੀ, ਉੱਥੇ ਭਾਈ ਸਤਿੰਦਰ ਸਿੰਘ ਪੀਟੀ ਦੀ ਅਗਵਾਈ ਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨੌਜਵਾਨ ਸਨ। ਹੁਣ ਜਦੋਂ ਅਸੀਂ ਦੱਖਣ ਵਾਲੇ ਪਾਸੇ ਦੀ ਗੱਲ ਕਰਦੇ ਹਾਂ ਤਾਂ ਜਿਸ ਜਗ੍ਹਾ ਦੇ ਉੱਪਰ ਬਾਬਾ ਦੀਪ ਸਿੰਘ ਹੁਣਾਂ ਦਾ ਸ਼ਹੀਦਗੰਜ ਹੈ ਉਸ ਇਲਾਕੇ ਦੇ ਵਿੱਚ ਮੋਰਚਾਬੰਦੀ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਭਾਈ ਮੋਹਰ ਸਿੰਘ ਹੁਣਾਂ ਦੀ ਸੀ ਔਰ ਉਹ ਆਪਣੇ ਸਾਥੀਆਂ ਦੇ ਨਾਲ ਉਸ ਮੋਰਚੇ ਦੇ ਉੱਪਰ ਡਟੇ ਹੋਏ ਸਨ। ਉਸ ਤੋਂ ਥੋੜਾ ਅੱਗੇ ਆ ਕੇ ਜਿਹੜੀ ਸ਼ਬੀਲ ਹੈ ਨੁੱਕਰ ਦੇ ਵਿੱਚ ਉਹਦੀ ਨਾਲ ਵਾਲੀਆਂ ਇਮਾਰਤਾਂ ਜਿਹੜੀਆਂ ਨੇ ਉਹਨਾਂ ਦੀ ਜ਼ਿੰਮੇਵਾਰੀ ਭਾਈ ਰਿਸ਼ਪਾਲ ਸਿੰਘ ਪੀਏ ਦੇ ਕੋਲ ਸੀ। ਉਸ ਤੋਂ ਅੱਗੇ ਆ ਕੇ ਅਕਾਲ ਤਖਤ ਸਾਹਿਬ ਦੇ ਨਾਲ ਵਾਲੀ ਜਿਹੜੀ ਲਾਲ ਇਮਾਰਤ ਹੈ ਉਹ ਮੋਰਚਾਬੰਦੀ ਬੜੀ ਅਹਿਮ ਸੀ। ਉਸ ਮੋਰਚਾਬੰਦੀ ਦੇ ਵਿੱਚ ਜਿੱਥੇ ਦਮਦਮੀ ਟਕਸਾਲ ਦੇ ਨਾਲ ਸੰਬੰਧਿਤ ਭਾਈ ਨਰਿੰਦਰ ਸਿੰਘ ਉਰਫ ਭਾਈ ਕਾਬਲ ਸਿੰਘ ਤੇ ਉਹਨਾਂ ਦੇ ਨਾਲ ਦੇ ਹੋਰ ਸੂਰਮੇ ਸਨ, ਉਹਨਾਂ ਦੇ ਨਾਲ ਹੀ ਉਸ ਜਗ੍ਹਾ ਦੇ ਉੱਪਰ ਜਨਰਲ ਸ਼ਬੇਗ ਸਿੰਘ ਵੀ ਇਹਨਾਂ ਸਾਰੇ ਮੋਰਚਿਆਂ ਦੀ ਦੇਖਰੇਖ ਕਰ ਰਹੇ ਸਨ। ਅਕਾਲ ਤਖਤ ਸਾਹਿਬ ਜਿਹੜਾ ਕਿ ਪੱਛਮ ਵਾਲੇ ਪਾਸੇ ਪੈਂਦਾ ਹੈ ਉਸ ਦੀਆਂ ਪਿਛਲੀਆਂ ਇਮਾਰਤਾਂ ਦੇ ਵਿੱਚ ਭਾਈ ਰਸਾਲ ਸਿੰਘ ਆਪਣੇ ਸਾਥੀਆਂ ਦੇ ਨਾਲ ਮੋਰਚਾਬੰਦੀ ਦੇ ਵਿੱਚ ਸਨ। ਸੋ ਦੋਹਾਂ ਪਾਸਿਆਂ ਦੇ ਉੱਪਰੋਂ ਇਸ ਤਰ੍ਹਾਂ ਦੀ ਜਿਹੜੀ ਸੀ ਉਹ ਤਿਆਰੀ ਹੋ ਚੁੱਕੀ ਸੀ। ਬਾਹਰੋਂ 12 ਬਿਹਾਰ ਰੈਜੀਮੈਂਟ ਨੇ ਸਾਰਾ ਇਲਾਕਾ ਘੇਰਿਆ ਹੋਇਆ ਸੀ ਕਿਉਂਕਿ ਕੁਲਦੀਪ ਬਰਾੜ ਦੇ ਮੁਤਾਬਕ ਇਹ ਖਬਰਾਂ ਆਈਆਂ ਸੀ ਕਿ 3 ਜੂਨ ਨੂੰ ਜਿਸ ਵੇਲੇ ਸ਼ਾਮ ਨੂੰ ਕਰਫਿਊ ਦੇ ਵਿੱਚ ਢਿੱਲ ਦਿੱਤੀ ਗਈ ਤਾਂ ਉਸ ਵੇਲੇ ਅਕਾਲ ਤਖਤ ਸਾਹਿਬ ਵਾਲੇ ਪਾਸਿਓਂ ਗਿਆਨੀ ਬਖਸ਼ੀਸ਼ ਸਿੰਘ ਦੇ ਮਕਾਨ ਦੇ ਵਿੱਚੋਂ ਦੀ ਕੁਝ ਸੰਤ ਜਰਨੈਲ ਸਿੰਘ ਹੁਣਾਂ ਦੇ ਨਜ਼ਦੀਕੀ ਸਾਥੀ ਜਿਹੜੇ ਸੀ ਉਹ ਬਾਹਰ ਨਿਕਲ ਚੁੱਕੇ ਸੀ। ਸੋ ਇਹ ਤਕਰੀਬਨ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਕੁਝ ਸਿੱਖ ਜਿਹੜੇ ਸੀਗੇ ਸੰਤ ਜਰਨੈਲ ਸਿੰਘ ਹੁਣਾਂ ਦੇ ਨਜ਼ਦੀਕੀ ਜਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਸੰਬੰਧਿਤ ਸਿੱਖ ਉਹ ਉਸ ਇਲਾਕੇ ਦੇ ਰਾਹੀਂ ਬਾਹਰ ਨਿਕਲੇ ਸਨ ਜਿਹੜੇ ਬਾਅਦ ਦੇ ਵਿੱਚ 1984 ਤੋਂ ਬਾਅਦ ਜਿਨ੍ਹਾਂ ਨੇ ਸੰਘਰਸ਼ ਦੀ ਅਗਵਾਈ ਕੀਤੀ। ਸੋ ਇਸੇ ਤਰ੍ਹਾਂ ਉੱਤਰ ਵਾਲੇ ਪਾਸੇ ਜਿਸ ਪਾਸੇ 10 ਗਾਰਡਸ ਨੇ ਜਦੋਂ ਦਾਖਲ ਹੋਣਾ ਸੀ ਉਸ ਪਾਸੇ ਨੁੱਕਰ ਦੇ ਵਿੱਚ ਜਿਹੜਾ ਅਕਾਲ ਰੈਸਟ ਹਾਊਸ ਹੈ, ਅਕਾਲ ਰੈਸਟ ਹਾਊਸ ਦੇ ਉੱਪਰ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਸੰਬੰਧਿਤ ਬੀਬੀਆਂ ਬੀਬੀ ਉਪਕਾਰ ਕੌਰ ਔਰ ਬੀਬੀ ਪਰਮਜੀਤ ਕੌਰ ਸਨ। ਜਿੱਥੇ ਅੱਜ ਜੋੜਾ ਘਰ ਹੈ ਉਸ ਜਗ੍ਹਾ ਦੇ ਉੱਪਰ ਹੋਟਲ ਟੈਂਪਲ ਵੀ ਹੋਇਆ ਕਰਦਾ ਸੀ। ਬੇਸ਼ੱਕ ਇਹ ਮੋਰਚਾ ਬਹੁਤ ਛੋਟਾ ਸੀ, ਫੌਜ ਦੀਆਂ ਨਜ਼ਰਾਂ ਦੇ ਵਿੱਚ ਇਸ ਮੋਰਚੇ ਦੀ ਇੰਨੀ ਅਹਿਮੀਅਤ ਨਹੀਂ ਸੀ। ਇਸ ਮੋਰਚੇ ਦੇ ਉੱਪਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਸੰਬੰਧਿਤ ਤੇ ਦਮਦਮੀ ਟਕਸਾਲ ਦੇ ਨਾਲ ਸੰਬੰਧਿਤ ਨੌਜਵਾਨ ਸਨ। ਬੇਸ਼ੱਕ ਕਿ ਕੁਲਦੀਪ ਬਰਾੜ ਖੁਦ ਲਿਖਦਾ ਹੈ ਕਿ ਇਸ ਮੋਰਚੇ ਦੀ ਸਾਨੂੰ ਇੰਨੀ ਅਹਿਮੀਅਤ ਨਹੀਂ ਸੀ ਲੱਗਦੀ, ਪਰ ਜਿਸ ਤਰੀਕੇ ਦੇ ਨਾਲ ਇਸ ਪਾਸਿਓਂ ਜਦੋਂ 10 ਗਾਰਡਸ ਨੇ ਇਸ ਪਾਸਿਓਂ ਦਾਖਲ ਹੋਣ ਦੇ ਵਾਸਤੇ ਆਪਣੇ ਕਦਮ ਵਧਾਏ ਜਾਂ ਫਿਰ ਇਸ ਪਾਸੇ ਤੋਂ ਅਗਲੇ ਪਾਸੇ ਨੂੰ ਆਉਣ ਦੇ ਵਾਸਤੇ ਪੂਰਬ ਵਾਲੇ ਪਾਸੇ ਨੂੰ ਆਉਣ ਵਾਸਤੇ 26 ਮਦਰਾਸ ਟੈਂਕਾਂ ਦੇ ਨਾਲ ਦਾਖਲ ਹੋਈ ਤੇ ਜਿਸ ਤਰ੍ਹਾਂ ਦੇ ਨਾਲ ਇਸ ਮੋਰਚੇ ਦੇ ਵਿੱਚੋਂ ਮੁਕਾਬਲਾ ਕੀਤਾ ਗਿਆ ਉਹ ਵੀ ਬੜਾ ਅਹਿਮ ਸੀ। ਸੋ 3 ਜੂਨ ਦੀ ਰਾਤ ਨੂੰ ਬੇਸ਼ੱਕ ਥੋੜੀ ਰੁਕ ਕੇ ਫਾਇਰਿੰਗ ਹੁੰਦੀ ਰਹੀ ਜਿਸ ਦਾ ਨਿਸ਼ਾਨਾ ਖਾੜਕੂਆਂ ਦੇ ਮੋਰਚਿਆਂ ਦੀ ਔਰ ਹਥਿਆਰਾਂ ਦੀ ਨਿਸ਼ਾਨਦੇਹੀ ਕਰਨਾ ਸੀ, ਪਰ ਜਨਰਲ ਸ਼ਬੇਗ ਸਿੰਘ ਦੀਆਂ ਹਦਾਇਤਾਂ ਦੇ ਉੱਪਰ ਸਿੱਖਾਂ ਨੇ ਜਾਂ ਅੰਦਰਲੇ ਸੂਰਮਿਆਂ ਨੇ ਹਰ ਪਾਸੇ ਤੋਂ ਬਹੁਤ ਹੀ ਰਣਨੀਤੀ ਦੇ ਨਾਲ ਉਸ ਦਾ ਜਵਾਬ ਦਿੱਤਾ ਔਰ 4 ਜੂਨ ਨੂੰ ਸਵੇਰੇ 4:30 ਵਜੇ ਜਦੋਂ ਦਿਨ ਦਾ ਚੜ੍ਹਾਅ ਹੋਇਆ ਉਸ ਵੇਲੇ ਫੌਜ ਦੇ ਵੱਲੋਂ ਮਾਰਟਰਾਂ ਦੇ ਨਾਲ ਤੇ ਹਲਕੀਆਂ ਮਸ਼ੀਨ ਗੱਲਾਂ ਦੇ ਨਾਲ ਇੱਕਦਮ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਫਾਇਰਿੰਗ ਕਰਨੀ ਆਰੰਭ ਕਰ ਦਿੱਤੀ ਔਰ ਸਿੰਘਾਂ ਨੇ ਇਸ ਦਾ ਬਖੂਬੀ ਜਵਾਬ